ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਸਾਵਲ ਛੰਦ ਸਰੰਗ ਸੰਗ ਸੂਰੇ ਕਰੇ ਮਾਰ ਦੂਰੇ। ਥਿਰੇ ਓਟ ਲੈ ਕੈ ਮਹਾ ਤਰਾਸ ਖੈ ਕੈ। ਸਰੰਗ ਸੰਗ ਸੂਰੇ ਕਰੇ ਮਾਰ ਦੂਰੇ। ਥਿਰੇ ਓਟ ਲੈ ਕੈ ਮਹਾ ਤਰਾਸ ਖੈ ਕੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤ ਦਾਇਕ। ਆਨ ਕੀ ਆਸ ਨਹੀਂ ਮਨ ਰਾਈ। ਚਾਤਰਕ ਚੇਤ ਮੋਰ ਮੋਰਟ। ਸਵਾਤ ਦਿਦਾਰ ਕਬੈ ਓ ਪਾਏ। ਜਿਉ ਪਤੰਗ ਨਿਹੋ ਕੀ ਡੋਰ ਬਦਾ। ਡਗ ਡੋਲ ਸੋਲਿਓ ਮਿਲਾਈ। ਸਿੰਧੂ ਤਾਸਨ ਭਵ ਕੀ ਗਤ। ਮੋਹਿ ਮਿਆ ਕਰ ਲਿਓ ਬਚਾਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੋਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀ ਅਚਿਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਜਿਸ ਬਾਤ ਵੱਡੇ ਵੱਡੇ ਨਵਾਬਾਂ ਐਲਕਾਰਾਂ ਨੇ ਦੇਖ ਲਿਆ ਕਿ ਸਾਡੀਆਂ ਜਿਹੜੀਆਂ ਫੌਜਾਂ ਲੱਖਾਂ ਦੀ ਤਾਦਾਦ ਦੇ ਵਿੱਚ ਆ ਜਿਹੜੀ ਇੱਕ ਕੱਚੀ ਚਮਕੌਰ ਦੀ ਗੜੀ ਉਹਦੇ ਆਲੇ ਦੁਆਲੇ ਘੁੰਮ ਰਹੀਆਂ ਹਨ। ਸਿੰਘਾਂ ਦੀ ਜਿਹੜੀ CID ਖਬਰ ਉਹ ਇਹਨਾਂ ਨੂੰ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ। ਪਰ ਫਿਰ ਵੀ ਇਹਨਾਂ ਦੇ ਮਨ ਦੇ ਵਿੱਚ ਬੜਾ ਫਿਕਰ ਬੜੀ ਚਿੰਤਾ ਖੜੀ ਹੋ ਗਈ ਵੀ ਕੀ ਕੀਤਾ ਜਾਏ। ਇੱਕ ਪਾਸੇ 40 ਤੇ ਦੂਸਰੀ ਸਾਈਡ 'ਤੇ ਨੇ 10 ਲੱਖ ਦੀ ਗਿਣਤੀ ਦੀਆਂ ਫੌਜਾਂ। ਵੀ ਜੇ ਆਪਾਂ ਸਾਰੇ ਇਕੱਠੇ ਹੋ ਕੇ ਆ ਮੁੱਠੀ ਮੁੱਠੀ ਭਰ ਰੇਤਾ ਚੁੱਕ ਕਰਕੇ ਅੰਦਰ ਫੈਂਕੀਏ ਤਾਂ ਵੀ ਇਹਨਾਂ ਨੂੰ ਆਪਾਂ ਥੱਲੇ ਦਬਾ ਸਕਦੇ ਹਾਂ। ਪਰ ਸਤਿਗੁਰੂ ਜੀ ਨੇ ਖਾਲਸਾਈ ਇੱਕ ਇਹੋ ਜਿਹਾ ਪੈਦਾ ਕੀਤਾ ਵੀ ਜਿਹੜੇ ਇਕੱਲੇ ਇਕੱਲੇ ਬਾਹਰ ਸਵਾ ਲੱਖ ਦੇ ਨਾਲ ਮੁਕਾਬਲਾ ਕਰ ਰਹੇ ਸਨ। ਜਦੋਂ ਖਵਾਜਾ ਮਰਦੋਰ ਉਹ ਵੀ ਆਪਣੀ ਤਲਵਾਰ ਜੀ ਚਮਕਾਉਂਦਾ ਹੋਇਆ ਗੜੀ ਦੇ ਨੇੜੇ ਆਇਆ ਵੀ ਮੈਂ ਕੰਧ ਦੇ ਨਾਲ ਪੌੜੀਆਂ ਲਗਾ ਕਰਕੇ ਅੰਦਰ ਵੜੂੰਗਾ। ਪਤਾ ਲੱਗ ਜੂ ਵੀ ਕਿਤਨੇ ਕਾ ਜੋਧੇ ਸੂਰਮੇ ਗੁਰੂ ਜੀ ਦੇ ਪਾਸ ਹਨ। ਪਰ ਜਦੋਂ ਇਹਨੇ ਥੋੜ੍ਹਾ ਜਿਹਾ ਆਪਣਾ ਸਿਰ
ਅਜੇ ਚੁੱਕਾ ਉੱਚਾ ਹੀ ਚੁੱਕਿਆ ਸੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਚਲਾਇਆ ਤੀਰ, ਜਿਹੜੇ ਇਹਨਾਂ ਦੇ ਵੱਡੇ ਵੱਡੇ ਜਵਾਨ ਸਿਪਾਹੀ ਅੰਦਰ ਵੜਨਾ ਚਾਹੁੰਦੇ ਸਨ, ਨਾਰਖਾਂ ਵਰਗੇ, ਉਹਨਾਂ ਦੇ ਮਨ ਦਾ ਵੀ ਹੰਕਾਰ ਦੂਰ ਹੋ ਗਿਆ। ਜਦੋਂ ਦੇਖਿਆ ਵੀ ਇਹ ਸਿੱਧਾ ਤੀਰ ਤਾਂ ਮੇਰੇ ਵੱਲ ਆ ਰਿਹਾ, ਉਸੇ ਬਾਅਦ ਇਹਨੇ ਆਪਣਾ ਬਚਾਅ ਕਰਨ ਦੇ ਲਈ ਸਿਰ ਨੀਵਾਂ ਕਰ ਲਿਆ ਸੀ। ਜਿਹੜੇ ਜਿਹੜੇ ਵੀ ਕੋਈ ਥੋੜ੍ਹਾ ਬਹੁਤਾ ਮਨ ਦੇ ਵਿੱਚ ਹੌਸਲਾ ਦਲੇਰੀ ਨੂੰ ਧਾਰਨ ਕਰਦਿਆਂ ਹੋਇਆ ਗੜੀ ਦੀਆਂ ਕੰਧਾਂ ਦੇ ਨੇੜੇ ਤਾਂ ਚਲੇ ਗਏ ਨੇ ਜ਼ਰੂਰ, ਪਰ ਉੱਪਰ ਚੜ੍ਹਨ ਵਾਸਤੇ ਕੋਈ ਵੀ ਮਨ ਦੇ ਅੰਦਰ ਹੌਸਲਾ ਦਲੇਰੀ ਨਹੀਂ ਧਾਰਨ ਕਰਦਾ ਸੀ। ਡਰਦਿਆਂ ਹੋਇਆਂ ਸਾਰੇ ਕੰਧਾਂ ਦੇ ਨੇੜੇ ਹੋ ਕਰਕੇ ਬੈਠ ਗਏ ਹਨ। ਦਸ਼ਮੇਸ਼ ਪਿਤਾ ਦੇ ਚਰਨ 'ਚ ਜਿਹੜੇ ਜਿਹੜੇ ਵੀ ਮਹਾਰਾਜ ਜੀ ਬੜੇ ਖਾਲਸੇ ਸਿੰਘ ਅੰਦਰ ਪਹੁੰਚੇ ਹੋਏ ਸੀ, ਉਹਨਾਂ ਨੂੰ ਫਿਰ ਸਤਿਗੁਰੂ ਜੀ ਨੇ ਜਥੇ ਦੇ ਰੂਪ ਦੇ ਵਿੱਚ ਜਦੋਂ ਦਰਵਾਜ਼ੇ ਤੋਂ ਬਾਹਰ ਭੇਜਣਾ, ਇਹਨਾਂ ਤੁਰਕਾਂ ਮੁਗਲਾਂ ਪਠਾਣਾਂ 'ਚ ਚਾਰੇ ਪਾਸੇ ਬੜੀ ਤਰਥੱਲੀ ਪੈਦਾ ਹੋ ਜਾਂਦੀ ਸੀ। ਗੁਰੂ ਕੇ ਪਿਆਰਿਆਂ ਨੇ ਇਹੋ ਜਿਹੀਆਂ ਫੌਲਾਦੀ ਲੋਹੇ ਦੀਆਂ ਚਮਕਦੀਆਂ ਹੋਈਆਂ ਤਲਵਾਰਾਂ ਜਦੋਂ ਇਹਨਾਂ ਦੇ ਸਾਹਮਣੇ ਚਲਾਈਆਂ ਸਨ, ਕੋਈ ਤਾਂ ਵਿਚਾਰੇ ਮੌਤ ਤੋਂ ਡਰਦੇ ਹੋਏ ਪਹਿਲਾਂ ਹੀ ਆਪਣਾ ਮੈਦਾਨੇ ਜੰਗ ਦੇ ਵਿੱਚ ਪਾਸਾ ਵੱਟ ਜਾਂਦੇ ਸਨ ਵੀ ਕਿਹੜਾ ਇੱਥੇ ਮੌਤ ਨੂੰ ਆ ਕਰਕੇ ਮਾਸੀ ਕਹੂਗਾ। ਜਿਹੜੇ ਤੁਰਕ ਮੁਗਲ ਪਠਾਨ ਬਹੁਤ ਵੱਡੇ ਵੱਡੇ ਕੱਦਾਂ ਵਾਲੇ ਚੱਲ ਕਰਕੇ ਆਏ ਸੀ, ਕੋਈ ਵੀ ਸਤਿਗੁਰੂ ਜੀ ਦੇ ਖਾਲਸੇ ਦੇ ਨੇੜੇ ਨਹੀਂ ਆਉਂਦਾ। ਦੇਖਣ ਸਾਰ ਵਿਚਾਰੇ ਪਹਿਲਾਂ ਹੀ ਇੱਕ ਪਾਸੇ ਜੇ ਹੋ ਕਰਕੇ ਖੜੇ ਹੋ ਜਾਂਦੇ ਹਨ। ਉਸ ਵਕਤ ਕਾਫੀ ਜਿਹੜੇ ਖਾਲਸੇ ਚਮਕੌਰ ਦੀ ਗੜੀ 'ਚੋਂ ਬਾਹਰ ਆ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸੀ। ਪਰ ਇਹ ਹੁਣ ਨਵਾਬ ਮਨ ਦੇ ਵਿੱਚ ਸੋਚਣ ਲੱਗੇ ਵੀ ਕੀ ਕੀਤਾ ਜਾਏ। ਅਜੇ ਤੱਕ ਵੀ ਆਪਾਂ ਆ ਜਿਹੜੀ ਕੱਚੀ ਗੜੀ ਹੈ ਉਸ ਨੂੰ ਵੀ ਫਤਿਹ ਨਹੀਂ ਕਰ ਸਕੇ। ਆਪਣੀਆਂ ਤਾਂ ਹੁਣ ਇੱਥੇ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਪਹੁੰਚੀਆਂ ਹੋਈਆਂ ਹਨ। ਉੱਧਰੋਂ ਦਸ਼ਮੇਸ਼ ਪਿਤਾ ਵੀ ਜਦੋਂ ਦੇ ਵੀ ਆ ਇੱਥੋਂ ਥੋੜ੍ਹੇ ਜਿਹੇ ਤੁਰਕ ਮੁਗਲ ਪਠਾਨ ਨੇੜੇ ਝੁਕਣਾ ਚਾਹੁੰਦੇ ਹਨ। ਇਹੋ ਜੀ ਤੀਰਾਂ ਦੀ ਜਦੋਂ ਬਾਛਣ ਹੋਣ ਲੱਗ ਜਾਂਦੀ, ਉਹਨਾਂ ਦੇ ਫਿਰ ਮੂੰਹ ਫਿਰ ਜਾਂਦੇ ਸਨ। ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਤੁਸੀਂ ਆਪਣੀਆਂ ਬੰਦੂਕਾਂ ਦੇ ਵਿੱਚ ਨਾ ਤਾਂ ਗੋਲੀ ਤੇ ਨਾ ਪਾਉਣਾ ਬਰੂਦ, ਬਸ ਹੱਥਾਂ ਦੇ ਨਾਲ ਕੋੜੇ ਪਲੀਤੇ ਡੰਬੀ ਜਾਓ। ਇਹਦੇ ਵਿੱਚੋਂ ਆਪਣੇ ਆਪ ਹੀ ਗੋਲੀਆਂ ਤੇ ਆਪਣੇ ਆਪ ਹੀ ਵਿਰੋਧ ਪੈਦਾ ਹੋ ਜਾਊ। ਖਾਲਸੇ ਨੇ ਸਤਿਗੁਰੂ ਜੀ ਦੇ ਬਚਨ ਮੰਨਦਿਆਂ ਹੋਇਆ ਉਸੇ ਤਰ੍ਹਾਂ ਕੀਤਾ। ਹੁਣ ਘੋੜਾ ਦੱਬਣ ਨੂੰ ਕੋਈ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ। ਜਿੱਧਰ ਵੀ ਦੇਖਦੇ ਹਨ ਵੀ ਇੱਧਰੋਂ ਬੜੀ ਭਾਰੀ ਗਿਣਤੀ ਦੇ ਵਿੱਚ ਫੌਜਾਂ ਇਹ ਨੇੜੇ ਆਉਣਾ ਚਾਹੁੰਦੀਆਂ ਹਨ। ਉਸ ਦਿਸ਼ਾ ਵੱਲ ਆਪਣੀਆਂ ਬੰਦੂਕਾਂ ਦੀਆਂ ਜਿਹੜੀਆਂ ਨਾਲੀਆਂ ਜਦੋਂ ਵੀ ਕਰ ਦਿੰਦੇ, ਬਸ ਇਉਂ ਹੀ ਉਹਨਾਂ ਨੂੰ ਪਤਾ ਲੱਗਦਾ ਵੀ ਹੁਣ ਸਾਡੇ ਜਵਾਨ ਸਿਪਾਹੀ ਪਤਾ ਨਹੀਂ ਕੌਣ
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕਰਕੇ ਮਾਰਨ ਲੱਗ ਪਿਆ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਸਾਵਲ ਛੰਦ ਸਰੰਗ ਸੰਗ ਸੂਰੇ ਕਰੇ ਮਾਰ ਦੂਰੇ। ਉਸ ਬਾਤ ਖਾਲਸੇ ਨੇ ਮਾਰ ਮਾਰ ਕਰਕੇ ਤੀਰ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੂੰ ਫਿਰ ਅਗਲੇ ਲੋਕ ਦੇ ਵਿੱਚ ਪੈ ਦਿੱਤਾ ਸੀ। ਥਿਰੇ ਓਟ ਲੈ ਕੇ ਮਹਾ ਤਰਾਸ ਖੈ ਕੇ। ਦੇਖਣ ਸਾਰ ਇਹਨਾਂ ਦੇ ਮਨ ਦੇ ਵਿੱਚ ਬੜਾ ਡਰ ਪੈਦਾ ਹੋ ਗਿਆ। ਆਪੋ ਆਪਣੀਆਂ ਜਾਨਾਂ ਬਚਾਉਣ ਦੇ ਲਈ ਫਿਰ ਕੰਧਾਂ ਦੀ ਜਿਹੜੀ ਓਟ ਹੈ ਉਹ ਲੈ ਕੇ ਨੇੜੇ ਖੜੇ ਹੋ ਗਏ ਹਨ। ਨਹੀਂ ਓਤ ਸ਼ਾਹੇ ਹਿਰਦੇ ਗਰਭ ਢਾਹੇ। ਤੁਰਕਾਂ ਮੁਗਲਾਂ ਪਠਾਨਾਂ ਦੀਆਂ ਜਿਹੜੀਆਂ ਫੌਜਾਂ ਉਹਨਾਂ ਦੇ ਜਿਹੜੇ ਹੌਸਲੇ ਬਿਲਕੁਲ ਢਹਿ ਢੇਰੀ ਹੋ ਚੁੱਕੇ ਹਨ। ਕੋਈ ਵੀ ਹੁਣ ਉਤਸ਼ਾਹ ਦੇ ਸਹਿਤ ਹੋ ਕਰਕੇ ਅੱਗੇ ਲੜਨਾ ਨਹੀਂ ਚਾਹੁੰਦਾ ਸੀ। ਵਿਚਾਰੀ ਅਸੰਭੈ ਮਹਾਨੈ ਅਚੰਭੈ। ਦੇ ਕਰਕੇ ਸਤਿਗੁਰੂ ਜੀ ਦੇ ਜੋਧੇ ਸੂਰਮਿਆਂ ਦੇ ਜ਼ੋਰ ਵੀ 40 ਕੁ ਨੇ ਅੰਦਰ ਤਾਂ ਕੋਈ ਜ਼ਿਆਦਾ ਫੌਜ ਤਾਂ ਜਮ੍ਹਾਂ ਕੀਤੀ ਨਹੀਂ ਹੋਈ। ਪਰ ਇਹ ਵੀ ਸਾਥੋਂ ਬਾਦੇ ਵਿੱਚ ਨਹੀਂ ਆਉਂਦੇ ਹਨ। ਦੇ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਇੱਕ ਅਚੰਭਾ ਜਿਹਾ ਪੈਦਾ ਹੋ ਗਿਆ ਸੀ। ਹਜ਼ਾरों ਪ੍ਰਹਾਰੈ ਅੰਬਾਰੈ ਨਿਹਾਰੈ। ਥੋੜੀ ਜੀ ਦੀ ਗਿਣਤੀ ਦੇ ਵਿੱਚ ਸਤਿਗੁਰੂ ਜੀ ਦੇ ਜੋ ਜਾ ਰਿਆਂ ਨੇ ਸਾਡੇ ਦਾ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਵਾਨ ਸਪਾਈ ਖਪਾ ਕਰਕੇ ਰੱਖ ਦਿੱਤੇ ਹਨ। ਲੜੈ ਬਾਰ ਥੋਰੀ ਮੱਚੀ ਮਾਰ ਘੋਰੀ। ਲੜਦੇ ਨੇ ਭਾਵੇਂ ਥੋੜਾ ਹੀ ਟਾਈਮ ਪਰ ਆਉਣ ਸਾਰ ਇਹੋ ਜੀ ਬੜੀ ਕਮਸਾਨ ਦੀ ਜਿਹੜੀ ਮਾਰ ਜਦੋਂ ਸੈਨਾ ਦੇ ਵਿੱਚ ਮਚਾਉਂਦੇ ਹਨ ਫਿਰ ਸਾਨੂੰ ਤਾਂ ਇਹਨਾਂ ਦੇ ਅੱਗੇ ਟਕਣਾ ਵੀ ਬੜਾ ਔਖਾ ਹੋ ਜਾਂਦਾ ਹੈ। ਰਿਪੋ ਬੀਚ ਚਾਲੀ ਛੁਦਾ ਤੇ ਬਿਹਾਲੀ। ਜਿਹੜੇ ਸਾਡੇ ਬੈਰੀ ਦੁਸ਼ਮਣ ਤਾਂ ਪਹਿਲਾਂ ਹੀ ਭੁੱਖ ਦੇ ਦੁੱਖ ਦੇ ਨਾਲ ਬੜੇ ਬੇਹਾਲ ਹੋ ਚੁੱਕੇ ਹਨ। ਮਿਲੇ ਪਾਸ ਖਵਾਜੇ ਕਿਤੇ ਸੈਲ ਰਾਜੇ। ਕਈ ਜਿਹੜੇ ਪਹਾੜੀ ਰਾਜੇ ਇਕੱਠੇ ਹੋ ਗਏ ਇਹ ਖਵਾਜੇ ਮਰਦੂ ਦੇ ਪਾਸ ਇਹੋ ਜਿਹੀਆਂ ਗੱਲਾਂ ਬਾਤਾਂ ਜਾ ਕਰਕੇ ਕਰਨ ਲੱਗ ਪਏ ਹਨ। ਤਬੈ ਸਿੰਘ ਔਰੇ ਰਿਸੇ ਪੌਰ ਠੌਰੇ। ਜਿਹੜੇ ਹੋਰ ਅੰਦਰ ਜੋਧੇ ਸੂਰਮੇ ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਹੋਣਾ ਸ਼ਹੀਦੀ ਜਾ ਪੀਣ ਦੇ ਲਈ ਵੀਰ ਰਸ ਪੈਦਾ ਹੋ ਗਿਆ। ਚੱਲੇ ਬਾਜ ਦੌਰੇ ਭਏ ਛਤਰ ਹੌਰੇ। ਥਾਂ ਤੇ ਜਿਹੜੇ ਖਾਲੀ ਘੋੜੇ ਉਹ ਵੀ ਘੁੰਮਦੇ ਫਿਰਦੇ ਹਨ। ਤੇ ਖਾਲਸੇ ਨੇ ਇਹਨਾਂ ਮੁਗਲਾਂ ਪਠਾਨਾਂ ਦੀ ਜਿਹੜੀ ਹਾਲਤ ਬੌਲਿਆਂ ਕਮਲਿਆਂ ਸਦਾਈਆਂ ਦੇ ਸਮਾਨ ਕਰ ਦਿੱਤੀ ਹੈ। ਜਹਾਂ ਠੌਰ ਧਾਵੈ ਤੁਫੰਗੈ ਚਲਾਵੈ। ਜਿੱਥੇ ਵੀ ਦਸ਼ਮੇਸ਼ ਪਿਤਾ ਦੇ ਜੋਧੇ ਬਾਹਰ ਜਾ ਕਰਕੇ ਇਹਨਾਂ ਦੇ ਸਾਹਮਣੇ ਬੰਦੂਕਾਂ ਚਲਾਉਂਦੇ ਹਨ। ਕਿਲੇ ਕੋ ਤਕਾਵੈ ਚੜੈ ਹਾਥ ਪਾਵੈ। ਜਦੋਂ ਇਹ ਥੋੜਾ ਜਿਹਾ ਤਕਾਉਂਦੇ ਹਨ ਵੀ ਕਿਵੇਂ ਨਾ ਕਿਵੇਂ ਆਪਾਂ ਹੱਥ ਪਾ ਕਰਕੇ ਇਸ ਕੱਚੀ ਗਲੀ ਦੇ ਉੱਪਰ ਚੜ੍ਹ ਜਾਈਏ। ਜੋ ਵੀ ਕੰਧਾਂ ਦੇ ਨਾਲ ਹੱਥ ਪਾਉਣ ਦਾ ਯਤਨ ਕਰਦਾ ਸੀ ਤਾਹਾਂ ਕੋ ਪਿਆਨੇ ਨਿਕਾਰੀ ਕਿਰਪਾਨੇ। ਤੰਗ ਹੋ ਕਰਕੇ ਬੜੇ ਇਕੱਠੇ ਹੋ ਕੇ ਹੁਣ ਉਸ ਚਮਕੌਰ ਦੀ ਗੜੀ ਦੀ ਜਿਹੜੀ ਕੰਧ ਹੈ ਉਹਦੇ ਵੱਲ ਚੱਲ ਪਏ ਹਨ। ਬਨੇ ਸਾਵਧਾਨੇ ਬਿਲੋਕੇ ਰਸਾਨੇ। ਖਾਲਸੇ ਨੇ ਦੇਖ ਲਿਆ ਵੀ ਉਹਨੇ ਇਹਨਾਂ ਦੇ ਮਨ ਦੇ ਵਿੱਚ ਬੜਾ ਗੁੱਸਾ ਜਿਹਾ ਕ੍ਰੋਧ ਚੜਿਆ ਹੋਇਆ
ਸਾਨੂੰ ਪ੍ਰਤੀਤ ਹੁੰਦਾ ਹੈ। ਇਸੇ ਕਰਕੇ ਉਹਨੇ ਚਾਰੇ ਪਾਸਿਆਂ ਤੋਂ ਨਾ ਲੈ ਕਰਕੇ ਨੰਗੀਆਂ ਕਿਰਪਾਨਾਂ ਆ ਕੰਧ ਦੇ ਨੇੜੇ ਆਉਣਾ ਚਾਹੁੰਦੇ ਹਨ। ਪਰੇ ਵੀਰ ਧਾਈ ਨਹੀਂ ਸ਼ੰਕ ਪਾਈ। ਇਹਨਾਂ ਨੇ ਮਨ ਦੇ ਵਿੱਚ ਕੋਈ ਮਰਨ ਦਾ ਜਿਹੜਾ ਸ਼ੰਕਾ ਨਹੀਂ ਕੀਤਾ। ਆਲੇ ਦੁਆਲੇ ਤੋਂ ਬੜੇ ਤੁਰਕੋਣ ਪਠਾਨ ਆ ਇਕੱਠੇ ਹੋਣ ਲੱਗ ਪਏ ਹਨ। ਵੱਡੀ ਧੂਮ ਕਾਲੀ ਪਰੀ ਹਾਲ ਚਾਲੀ। ਬਹੁਤ ਵੱਡੀ ਧੂਮ ਪਾ ਕਰਕੇ ਚਾਰੇ ਪਾਸੇ ਇਹਨਾਂ ਨੇ ਬੜੀ ਹਲਚਲੀ ਪੈਦਾ ਕਰ ਦਿੱਤੀ ਸੀ। ਕਰਾ ਚੋਲ ਬਾਹੇ ਕਟੇ ਅੰਗ ਲਾਹੇ। ਖਾਲਸੇ ਨੇ ਵੀ ਕੱਢ ਕਰਕੇ ਤਲਵਾਰਾਂ ਇਹਨਾਂ ਦੇ ਅੰਗ ਵੱਢਣੇ ਆਰੰਭ ਕਰ ਦਿੱਤੇ ਹਨ। ਤਤੰ ਕਾਲ ਡਿੱਗੇ ਕਨੇ ਸ਼ਰੋਣ ਪਿੱਗੇ। ਜਿਨ੍ਹਾਂ ਦੇ ਅੰਗ ਪੈਰ ਕੱਟੇ ਗਏ ਉਹਨਾਂ ਦੇ ਜਿਹੜੇ ਬਸਤਰੋ ਵੀ ਖੂਨ ਦੇ ਨਾਲ ਭਿੱਜ ਚੁੱਕੇ ਹਨ। ਜਿਤੇ ਦੌਰ ਜਾਵੇਂ ਤਿਤੇ ਭਾਗ ਧਾਵੇਂ। ਜਿੱਧਰਲੇ ਪਾਸੇ ਵੀ ਸਤਿਗੁਰੂ ਜੀ ਦੇ ਭਾਵੇਂ ਸਿੰਘ ਤਾਂ ਹੁੰਦੇ ਨੇ ਥੋੜ੍ਹੇ ਹੀ ਜਥੇ ਦੇ ਰੂਪ 'ਚ, ਉਸ ਦਿਸ਼ਾ ਦੇ ਵੱਲ ਇਹਨਾਂ ਨੂੰ ਬੜੀਆਂ ਜਿਹੜੀਆਂ ਭਾਜੜਾਂ ਪੈ ਜਾਂਦੀਆਂ ਸਨ। ਅਰੈ ਅਗਰ ਨਾਹੀ ਮਿਲੇ ਪੀਠ ਜਾਹੀ। ਸਤਿਗੁਰੂ ਜੀ 6 ਜਾਂ ਫਿਰ 8 ਦਾ ਜਿਹੜਾ ਜਥਾ ਬਣਾ ਕਰਕੇ ਬਾਹਰ ਭੇਜਿਆ ਕਰਦੇ ਸਨ। ਲੀਏ ਸੇਲ ਭਾਲੇ ਹਨੈ ਆਨ ਜਾਲੇ। ਨੇਜੇ ਬਰਛ ਲੈ ਕਰਕੇ ਬੜਿਆਂ ਨੂੰ ਬੰਨ ਦਿੱਤਾ ਸੀ। ਕਿਦੋਂ ਤੱਕ ਗੋਰੀ ਤਜੈ ਸਿੰਘ ਓਰੀ। ਜਾਂ ਫਿਰ ਇਹਨਾਂ ਨੇ ਵੀ ਬਹੁਤ ਸਾਰੀਆਂ ਲੈ ਕਰਕੇ ਬੰਦੂਕਾਂ ਖਾਲਸੇ ਦੇ ਵੱਲ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਰਹਿ ਦੂਰ ਠਾਂਡੇ ਨਾ ਹਵੈ ਤੀਰ ਗਾਡੇ। ਡਰਦਾ ਹੋਇਆ ਕੋਈ ਵੀ ਮਹਾਰਾਜ ਦੇ ਯੋਧੇ ਸੂਰਮਿਆਂ ਦੇ ਨੇੜੇ ਨਹੀਂ ਆਉਣਾ ਚਾਹੁੰਦਾ ਸੀ। ਮਹਾ ਤੇਜਵੰਤੇ ਬਿਲੋਕੈ ਲਰੰਤੇ। ਜਦੋਂ ਦੇ ਲੈਂਦੇ ਨੇ ਵੀ ਖਾਲਸਾ ਤਾਂ ਬੜੇ ਵੀਰਾਂ ਦੇ ਵਿੱਚ ਆ ਕਰਕੇ ਸਾਡੇ ਨਾਲ ਜੰਗ ਕਰਨ ਲੱਗ ਪਿਆ ਹੈ। ਦੋਹਰਾ ਇਸ ਪ੍ਰਕਾਰ ਕਮਸਾਨ ਕਰ ਤਜ ਗੜ ਬਾਹਰ ਆਏ। ਜਿਹੜੇ ਸਿੰਘ ਸੂਰਮੇ ਸਤਿਗੁਰੂ ਜੀ ਨੇ ਪਹਿਲਾਂ ਦਰਵਾਜ਼ਾ ਖੋਲ ਕੇ ਚਮਕੌਰ ਦੀ ਗੜੀ ਦੇ ਵਿੱਚੋਂ ਸਿੰਘਾਂ ਨੂੰ ਬਾਹਰ ਭੇਜਿਆ ਸੀ। ਲਰੈ ਪਰਹਾਰੈ ਤੁਰਕ ਗਨ ਮਰੈ ਸਿੰਘ ਰਣ ਥਾਏ। ਉੱਥੇ ਫਿਰ ਗੁਰੂ ਕੇ ਪਿਆਰਿਓ ਵੀ ਕਾਫੀ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਸਨ। ਅਰਧ ਸਿੰਘ ਪਹੁੰਚੇ ਸੁਰਗ ਅਰਧ ਗੁਰੂ ਕੇ ਤੀਰ। ਅੱਧੇ ਜਿਹੜੇ ਖਾਲਸੇ ਯੋਧੇ ਸੂਰਮੇ ਬਹੁਤ ਵੱਡਾ ਮਹਾਨ ਯੁੱਧ ਕਰਦਿਆਂ ਬੈਕੁੰਠਾਂ ਨੂੰ ਚਲੇ ਗਏ ਤੇ ਅੱਧੇ ਕਾਜੇ ਫਿਰ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ 'ਚ ਖਾਲਸੇ ਹਾਜ਼ਰ ਬੈਠੇ ਸਨ। ਉਬੈ ਪੁੱਤਰ ਰਸ ਬੀਰ ਮਹਿ ਚਹਿ ਲਰਨ ਬਰ ਬੀਰ। ਐਸੇ ਤਰ੍ਹਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦੋਵੇਂ ਲਾਲ ਦੋਵੇਂ ਸਾਹਿਬਜ਼ਾਦੇ ਉਹ ਵੀ ਆਪਣੇ ਸਾਥੀਆਂ ਦੇ ਨਾਲ ਮਿਲ ਕਰਕੇ ਬਾਹਰ ਬਹੁਤ ਵੱਡਾ ਘਮਸਾਨ ਦਾ ਜੰਗ ਕਰਨਾ ਚਾਹੁੰਦੇ ਹਨ। ਦੋਹਰਾ ਸ਼੍ਰੀ ਅਜੀਤ ਸਿੰਘ ਵੀਰ ਬਰ ਪਿਖ ਸੰਗਰਾਮ ਬਿਰਤੰਤ। ਜੈਸ ਬਾਤ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਨੇ ਦੇ ਲਿਆ ਵੀ ਇਹ ਤਾਂ ਹੁਣ ਸਾਰੇ ਟੇਢੀ ਦਲ ਦੇ ਸਮਾਨ ਚਾਰੇ ਪਾਸਿਆਂ ਤੋਂ ਇਕੱਠਿਆਂ ਹੋ ਕੇ ਨੇੜੇ ਆਉਣਾ ਚਾਹੁੰਦੇ ਹਨ। ਥਾਂ ਤੇ ਬੜਾ ਘਮਸਾਨ ਦਾ ਜੰਗ ਵੀ ਹੋ ਰਿਹਾ ਸੀ। ਚਾਹਿਓ ਆਪ ਨਿਕਸਨ ਤਬੈ ਗੁਰ ਕੋ ਸੁਤ ਬਲਵੰਤ। ਜੋ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਯੋਧੇ ਸੂਰਮੇ ਆਪ ਬਾਹਰ ਜਾ ਕੇ ਜੂਝਣਾ ਚਾਹੁੰਦੇ ਹਨ। ਸਾਬਾਸ ਛੰਦ ਮਨਹਿ ਵਿਚਾਰ ਹੈ ਤੁਰਕ ਬਿਦਾਰ ਹੈ। ਹੁਣ ਇਹਨਾਂ ਤੁਰਕਾਂ ਮੁਗਲਾਂ ਦਾ ਨਾਸ਼ ਕਰਨ ਦੇ ਲਈ ਬਾਬਾ ਜੀਤ ਸਿੰਘ ਜੀ ਨੇ ਵੀ ਮਨ ਦੇ ਵਿੱਚ ਵਿਚਾਰ ਕੀਤੀ ਸੀ। ਥਿਰ ਹੈ ਨਾ ਅੰਤਰ ਲਰਹਿ ਨਿਰੰਤਰ। ਆਪ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਅੰਦਰ ਨਹੀਂ ਟਿਕਣਾ ਚਾਹੁੰਦੇ, ਬਾਹਰ ਜਾ ਕਰਕੇ ਬੜਾ ਘਮਸਾਨ ਬਚਾਉਣ ਦੇ ਲਈ
ਸੋਚਣ ਲੱਗ ਪਏ ਹਨ। ਤਬ ਪ੍ਰਭ ਤੀਰ ਹੈ ਪਹੁੰਚ ਸਤੀਰ ਹੈ। ਬੜੀ ਤੀਰ ਦੇ ਸਹਿਤ ਬਾਬਾ ਅਜੀਤ ਸਿੰਘ ਜੀ ਆਪ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਪਾਸ ਦੋਵੇਂ ਹੱਥ ਜੋੜ ਕਰਕੇ ਹਾਜ਼ਰ ਹੋ ਗਏ ਹਨ। ਸਤਿਗੁਰ ਨੰਦਨ ਕਰ ਅਭਿਵੰਦਨ। ਪਹਿਲਾਂ ਜਾ ਕਰਕੇ ਆਪਣੇ ਗੁਰੂ ਪਿਤਾ ਦੇ ਚਰਨਾਂ ਤੇ ਬਾਬਾ ਅਜੀਤ ਸਿੰਘ ਜੀ ਨੇ ਨਮਸਕਾਰ ਕੀਤੀ ਹੈ, ਸੀਸ ਝੁਕਾਇਆ ਸੀ। ਰਹਿ ਕਰ ਜੋਰ ਹੈ ਪਿਤਹਿ ਨਿਹੋਰ ਹੈ। ਆਪਣੇ ਗੁਰੂ ਪਿਤਾ ਦਾ ਦੀਦਾਰ ਕਰਦਿਆਂ ਦੋਵੇਂ ਹੱਥ ਜੋੜ ਕਰਕੇ ਸਾਹਮਣੇ ਖੜੇ ਹੋ ਗਏ ਹਨ। ਸੁਤ ਦਿਸ਼ ਨੈਨ ਹੈ ਕਰ ਕਹਿ ਬੈਨ ਹੈ। ਜਦੋਂ ਦਸ਼ਮੇਸ਼ ਪਿਤਾ ਨੇ ਆਪਣੇ ਸੋਹਣੇ ਸੁੰਦਰ ਵੱਡੇ ਲਾਲ ਦੇ ਵੱਲ ਦ੍ਰਿਸ਼ਟੀ ਪਾਈ ਸੀ। ਕਿਮ ਅਭਿਲਖ ਹੋ ਸੱਚ ਬਚ ਭਖ ਹੋ। ਉਸ ਸਮੇਂ ਪੁੱਛਣ ਲੱਗੇ, ਲਾਲ ਜੀ ਦੱਸੋ ਤੁਹਾਡੇ ਮਨ ਦੇ ਵਿੱਚ ਕੀ ਅਭਿਲਾਖਾ ਪੈਦਾ ਹੋ ਗਈ ਹੈ? ਸੁਨ ਕਰ ਵੀਰ ਹੈ ਕਹਿ ਧਰ ਧੀਰ ਹੈ। ਇਹ ਸੁਣ ਕੇ ਬਾਬਾ ਅਜੀਤ ਸਿੰਘ ਜੀ ਨੇ ਬੜੇ ਧੀਰ ਦੇ ਸਹਿਤ ਹੋ ਕੇ ਆਪਣੇ ਵੱਲੋਂ ਅਰਜ਼ ਕੀਤੀ ਸੀ। ਨਿਜ ਕੁਲ ਰੀਤ ਹੈ ਚਿਤ ਮਹਿ ਪ੍ਰੀਤ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਵੀ ਆ ਜਿਹੜੀ ਆਪਣੀ ਕੁਲ ਦੀ ਰਹੁ ਰੀਤੀ ਜੁਗਾ ਜਗੰਤਰਾਂ ਤੋਂ ਚਲੀ ਆਉਂਦੀ ਹੈ, ਉਸ ਬੰਸ ਦੀ ਜਿਹੜੀ ਰਹੁ ਰੀਤੀ ਦੀ ਪ੍ਰੀਤੀ ਮੇਰੇ ਅੰਦਰ ਪੈਦਾ ਹੋ ਗਈ ਹੈ। ਅਬ ਹੈ ਸਮੈ ਸ਼ੋਭ ਲਖ ਮਨ ਮੈਂ ਪ੍ਰਭ। ਮੈਂ ਵੀ ਸੁਨਹਿਰੀ ਮੌਕਾ ਜਾਣ ਕਰਕੇ ਬਾਹਰ ਬਹੁਤ ਵੱਡੀ ਮਹਾਨ ਸ਼ਹੀਦੀ ਪ੍ਰਾਪਤ ਕਰਨੀ ਚਾਹੁੰਦਾ ਹਾਂ। ਧਰਮ ਨਿਭਾਇਓ ਮੁਖ ਫੁਰਮਾਇਓ। ਉਸ ਸਮੇਂ ਦਸ਼ਮੇਸ਼ ਪਿਤਾ ਸੁਣ ਕਰਕੇ ਬੜੇ ਪ੍ਰਸੰਨ ਹੋ ਗਏ। ਕਹਿ ਲਗੇ, ਲਾਲ ਜੀ ਵੀ ਇਸ ਗੱਲ ਦੀ ਤਾਂ ਮੇਰੇ ਮਨ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਉਡੀਕ ਲੱਗੀ ਹੋਈ ਸੀ ਵੀ ਉਹ ਮੌਕਾ ਕਦੋਂ ਆਏਗਾ ਜਦੋਂ ਮੇਰੇ ਸਾਹਿਬਜ਼ਾਦਿਆਂ ਨੇ ਧਰਮ ਦਾ ਯੁੱਧ ਕਰਦਿਆਂ ਬਹੁਤ ਵੱਡੀ ਮਹਾਨ ਸ਼ਹੀਦੀ ਪ੍ਰਾਪਤ ਕਰਨੀ ਹੈ। ਅਗਰ ਮੈਂ ਤੈਨੂੰ ਆਪ ਹਾਕ ਮਾਰ ਕਰਕੇ ਬੁਲਾਉਂਦਾ ਫਿਰ ਗੱਲ ਹੋਰ ਹੋ ਜਾਣੀ ਸੀ, ਪਰ ਹੁਣ ਤੂੰ ਆਪ ਹੀ ਖੁਦ ਬਹੁਤ ਵੱਡੀ ਮਹਾਨ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਮੇਰੇ ਪਾਸ ਹਾਜ਼ਰ ਹੋ ਗਏ ਹੈ। ਜਿਹੜਾ ਬਾਬਾ ਅਜੀਤ ਸਿੰਘ ਜੀ ਦਾ ਨਾਮ ਮਹਾਰਾਜ ਨੇ ਪਹਿਲਾਂ ਹੀ ਆਪਣੀ ਰਸਨਾ ਤੋਂ ਅਜੀਤ ਰੱਖਿਆ ਸੀ ਵੀ ਇਹਨੂੰ ਮੈਦਾਨ ਜੰਗ 'ਚ ਵੱਡੇ ਤੋਂ ਵੱਡਾ ਮੰਨਿਆ ਪਰਮੰਨਿਆ ਯੋਧਾ ਸੂਰਮਾ ਕਦੇ ਵੀ ਜਿੱਤ ਨਹੀਂ ਸਕੇਗਾ। ਦੁਨੀਆ ਦੇ ਵਿੱਚ ਇਹੋ ਜੀ ਮਿਸਾਲ ਕਿਸੇ ਧਰਮ ਕਿਸੇ ਮਜ਼ਹਬ ਦੇ ਵਿੱਚ ਪੜ੍ਹਨ ਵਾਸਤੇ ਪ੍ਰਾਪਤ ਨਹੀਂ ਹੁੰਦੀ ਵੀ ਪਿਤਾ ਆਪਣੇ ਸੋਹਣੇ ਸੁਨੱਖੇ ਬੱਚਿਆਂ ਨੂੰ ਮੈਦਾਨ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਨ ਦੇ ਲਈ ਤੋਰੇ। ਪਰ ਇਹ ਜਿਹੜੀ ਇੱਕੋ ਇੱਕ ਮਿਸਾਲ ਦਸ਼ਮੇਸ਼ ਪਿਤਾ ਨੇ ਆਪ ਕਾਇਮ ਕੀਤੀ ਹੈ। ਜਦੋਂ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਆਪ ਹੀ ਦੋਵੇਂ ਹੱਥ ਜੋੜ ਕਰਕੇ ਸਾਹਮਣੇ ਖੜੇ ਹੋ ਗਏ ਸਨ। ਤੁਰਕ ਸਮੂਹਨ ਕਰ ਕਰ ਹੂਹਨ। ਮਹਾਰਾਜ ਕਹਿ ਲਗੇ, ਪੁੱਤਰ ਜੀ ਤੈਂ ਵੀ ਹੱਲੇ ਤੇ ਹੱਲਾ ਬੋਲ ਕਰਕੇ ਨਾ ਜ਼ਾਲਮਾਂ ਪਾਪੀਆਂ ਦਾ ਨਾਸ ਕਰਨਾ। ਕਰਹੁ ਹਟਾਵਨ ਗਤ ਰਣ ਥਾਵਨ। ਜਿਹੜੇ ਆ ਮਲੇਸ਼ ਪਾਪੀ ਅੱਗੇ ਨੂੰ ਵਧੇ ਆ ਰਹੇ ਹਨ। ਸੁਨ ਬਿਕਸੇ ਗੁਰ ਕਹਿ ਹੈ ਭਲੇ ਉਰ। ਜਦੋਂ ਆਪ ਬਾਬਾ ਅਜੀਤ ਸਿੰਘ ਜੀ ਨੇ ਮੈਦਾਨੇ ਜੰਗ ਦੇ ਵਿੱਚ ਜਾਣ ਵਾਸਤੇ ਗੁਰੂ ਪਿਤਾ ਦੇ ਪਾਸੋਂ ਮੰਗੀ ਆ ਗਿਆ, ਇਹਦੇ ਕਰਕੇ ਦੀਨਾ ਦੁਨੀਆ ਦੇ ਮਾਲਕ ਵੀ ਬੜੇ ਪ੍ਰਸੰਨ ਹੋ ਗਏ ਸਨ। ਹਤ ਤੁਰਕਨ ਹੈ ਕਰ ਘਮਸਨ ਹੈ। ਦਸ਼ਮੇਸ਼ ਪਿਤਾ ਨੇ ਹੁਕਮ ਕੀਤਾ, ਪੁੱਤਰ ਜੀ ਤੁਸੀਂ ਵੀ ਜਾ ਕੇ
ਇਹਨਾਂ ਦੋਟਾ ਪਾਪੀਆਂ ਦਾ ਨਾਸ ਕਰਨਾ ਹੈ। ਸ਼ੁਭ ਪਦ ਪਾਵਹੁ ਮਮ ਮਨ ਭਾਵਹੁ। ਹੁਣ ਤੁਹਾਨੂੰ ਮੇਰੇ ਮਨ ਭਾਉਂਦੀ ਇਹੋ ਜੀ ਬਹੁਤ ਵੱਡੀ ਪਦਵੀ ਵੀ ਪ੍ਰਾਪਤ ਹੋ ਜਾਣੀ ਹੈ। ਸੋ ਜਸ ਬਿਥਾਰਹੁ ਅਰ ਗਨ ਮਾਰਹੁ। ਇਹਨਾਂ ਦੁਸ਼ਟਾਂ ਪਾਪੀਆਂ ਦਾ ਸੰਘਾਰ ਕਰਦਿਆਂ ਤੁਸੀਂ ਵੀ ਦੁਨੀਆ ਦੇ ਵਿੱਚ ਬੜਾ ਭਾਰੀ ਜਸ ਖੱਟ ਲੈਣਾ ਹੈ। ਸਿੱਖ ਲਿਓ ਸੰਗ ਹੈ ਹਿਤ ਅਤ ਜੰਗ ਹੈ। ਸਤਿਗੁਰੂ ਜੀ ਕਹਿ ਲੱਗੇ ਬੇਟਾ ਵੀ ਜਿਹੜੇ ਜੰਗ ਦੇ ਨਾਲ ਬੜਾ ਹਿੱਤ ਕਰਨ ਵਾਲੇ ਯੋਧੇ ਸੂਰਮੇ ਉਹਨਾਂ ਨੂੰ ਤੁਸੀਂ ਆਪਣੇ ਨਾਲ ਲੈ ਕਰਕੇ ਜਾਣਾ ਹੈ। ਦੋਹਰਾ ਸਦਾ ਧਰਮ ਛਤਰੀਨ ਕੋ ਚੱਲਿਓ ਸਨਾਤਨ ਆਏ। ਆ ਜੰਗ ਜੁੱਧ ਕਰਨੇ ਇਹ ਤਾਂ ਪਹਿਲਾਂ ਤੋਂ ਹੀ ਖੱਤਰੀਆਂ ਦਾ ਬਹੁਤ ਵੱਡਾ ਧਰਮ ਚੱਲਿਆ ਆਉਂਦਾ ਹੈ। ਤੁਜ ਸਮ ਬੈ ਅਭਿਮਨਿਉ ਕੀ ਲਰਿਓ ਜਗਤ ਜਸ ਗਾਏ। ਕਵੀ ਜੀ ਨੇ ਜਿਹੜੇ ਬੜੇ ਬੜੇ ਸਨਾਤਨ ਮਤ ਦੇ ਧਾਰਮਿਕ ਗ੍ਰੰਥ ਪੜ੍ਹੇ ਹੋਏ ਸੀ ਬਾਰ-ਬਾਰ ਫਿਰ ਉਹਨਾਂ ਦੀਆਂ ਮਿਸਾਲਾਂ ਉਹਨਾਂ ਦੀਆਂ ਉਦਾਹਰਨਾਂ ਹੀ ਆਪਣੇ ਵੱਲੋਂ ਦੇ ਰਹੇ ਹਨ। ਤੇ ਜਿਹੜਾ ਪ੍ਰਮਾਣ ਦਾ ਇੱਕ ਅੰਗ ਜਿਹੜਾ ਲਿਆ ਜਾਂਦਾ ਹੈ ਜਿਸ ਤਰ੍ਹਾਂ ਅਭਿਮਨੂ ਜੀ ਨੇ ਵੀ ਉਸ ਵਕਤ ਜਦੋਂ ਕੌਰਵਾਂ ਦੇ ਪਾਂਡਵਾਂ ਦਾ ਬਹੁਤ ਵੱਡਾ ਮਹਾਨ ਜੰਗ ਹੋਇਆ ਅਭਿਮਨੂ ਜੀ ਵੀ ਉਸ ਸਮੇਂ ਬੜੀ ਵੀਰਤਾ ਦੇ ਨਾਲ ਲੜੇ ਸਨ। ਸਨਮੁਖ ਰਨ ਮਾਰਨ ਮਰਨ ਅਰਨ ਪੀਠ ਨਹਿ ਦੇਨ। ਵੀ ਜਿਹੜੇ ਯੋਧੇ ਸੂਰਮੇ ਦਾ ਕਦੇ ਵੀ ਮੈਦਾਨੇ ਜੰਗ ਦੇ ਵਿੱਚ ਵੈਰੀਆਂ ਨੂੰ ਪੈਠਾ ਨਹੀਂ ਦਿੰਦੇ ਹਨ। ਸ਼ੁਭ ਪਦ ਕੋ ਪਰਲੋਕ ਮਹਿ ਅਵਨੀ ਮਹਿ ਜਸ ਲੀ ਲੈਨ। ਉਹਨਾਂ ਯੋਧੇ ਸੂਰਮਿਆਂ ਨੂੰ ਜਿੱਥੇ ਵੱਡੀਆਂ ਵੱਡੀਆਂ ਪਦਵੀਆਂ ਤੇ ਆ ਦੁਨੀਆ ਦੇ ਵਿੱਚ ਉਹਨਾਂ ਦੀ ਬੜੀ ਵਡਿਆਈ ਵੀ ਹੋਇਆ ਕਰਦੀ ਹੈ। ਨਰਾਜ ਛੰਦ ਬਲੀ ਅਜੀਤ ਸਿੰਘ ਜੀ ਨਿਖੰਗ ਅੰਗ ਸੰਗ ਹੈ। ਉਸ ਵਕਤ ਸਤਿਗੁਰੂ ਜੀ ਦੇ ਸੋਹਣੇ ਲਾਲ ਨੇ ਤੀਰਾਂ ਦਾ ਜਿਹੜਾ ਪੱਥਾ ਭਰ ਕੇ ਆਪਣੇ ਲੱਕ ਦੇ ਨਾਲ ਬੰਨ ਲਿਆ ਸੀ। ਵਿਭੀਖਣੰ ਨਿਰੀਖਣੰ ਸੋ ਤੀਖਣੰ ਖਤੰਗ ਹੈ। ਜੈਸ ਪੱਥੇ ਦੇ ਵਿੱਚ ਆਣ ਤਿੱਖੇ ਤਿੱਖੇ ਤੀਰ ਚੁਣ ਕੇ ਬਾਬਾ ਅਜੀਤ ਸਿੰਘ ਜੀ ਨੇ ਪਾਏ ਹੋਏ ਸੀ। ਕਿਰਪਾਨ ਹੇਮ ਮੁਸ਼ਟ ਸੋ ਕੁਦੰਡ ਲੈ ਕਠੋਰ ਕੋ। ਹੱਥ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਜੈਸ ਤਲਵਾਰ ਦਾ ਜਿਹੜਾ ਮੁੱਠਾ ਸੋਨੇ ਦਾ ਬਣਿਆ ਹੋਇਆ ਸੀ ਬਿਜਲੀ ਦੇ ਸਮਾਨ ਚਮਕਦੀ ਹੋਈ ਤਲਵਾਰ ਇੱਕ ਬਹੁਤ ਵੱਡਾ ਭਾਰਾ ਧਨੁਸ਼ ਆਪਣੇ ਹੱਥ ਦੇ ਵਿੱਚ ਪਕੜ ਲਿਆ ਹੈ। ਧਰੇ ਸਮੂਹ ਆਜੁਦਾਨ ਦੀਰ ਗਾਏ ਘੋਰ ਕੋ। ਔਰ ਬਾਬਾ ਅਜੀਤ ਸਿੰਘ ਜੀ ਇਹਨਾਂ ਦੇ ਸਾਹਮਣੇ ਹੋ ਕੇ ਬਹੁਤ ਵੱਡਾ ਘਮਸਾਨ ਦਾ ਜੁੱਧ ਕਰਨਾ ਚਾਹੁੰਦੇ ਹਨ। ਦਈ ਪਿਤਾ ਪ੍ਰਦਛਨਾ ਸੋ ਬੰਦਨਾ ਹੈ ਠਾਨ ਕੈ। ਉਸ ਵਕਤ ਆਪਣੇ ਗੁਰੂ ਪਿਤਾ ਦੇ ਆਲੇ ਦੁਆਲੇ ਬਾਬਾ ਅਜੀਤ ਸਿੰਘ ਜੀ ਨੇ 4 ਪਰਿਕਰਮਾ ਕੀਤੀਆਂ ਸਨ। ਆਨੰਦ ਤੇ ਬਿਲੰਦ ਨੈਣ ਭੇ ਪ੍ਰਫੁੱਲ ਮਾਨ ਕੈ। ਉਸ ਵਕਤ ਬਾਬਾ ਅਜੀਤ ਸਿੰਘ ਜੀ ਦੇ ਜਿਹੜੇ ਨੇਤਰ ਕਮਲ ਦੇ ਫੁੱਲ ਦੇ ਸਮਾਨ ਖਿੜ ਚੁੱਕੇ ਸਨ। ਜਿਸ ਤਰ੍ਹਾਂ ਭਗਤ ਕਬੀਰ ਜੀ ਜੈਸੇ ਮਹਾਂਪੁਰਖਾਂ ਨੇ ਬਚਨ ਕੀਤੇ ਨੇ ਆਪਣੀ ਰਸਨਾ ਤੋਂ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ। ਪੂਰਨ ਪਰਮਾਨੰਦ ਆ ਦੁਨਿਆਵੀ ਲੋਕ ਤਾਂ ਮੌਤ ਦਾ ਨਾਮ ਸੁਣ ਕਰਕੇ ਉਹਨਾਂ ਨੂੰ ਕੰਬਣੀ ਛਿੜ ਜਾਂਦੀ ਹੈ। ਪਰ ਜਿਉ ਜਿਹਾ ਆਨੰਦ ਜਿਉ ਜਿਹਾ ਚਾਅ ਭਗਤ ਕਬੀਰ ਜੀ ਦੇ ਮਨ ਦੇ ਵਿੱਚ ਹਰ ਵਕਤ ਹੀ ਭਰਿਆ ਰਹਿੰਦਾ ਸੀ। ਇਹੋ ਜਿਹਾ ਉਤਸ਼ਾਹ ਇਹੋ ਜਿਹਾ ਆਨੰਦ ਇਹੋ ਜਿਹੇ ਖੇੜੇ ਸ਼ਹੀਦੀ ਪ੍ਰਾਪਤ ਕਰਨ ਦੇ ਲਈ ਗੁਰੂ ਕੈ ਲਾਲ ਬਾਬਾ ਅਜੀਤ ਸਿੰਘ ਜੀ ਦੇ ਮਨ ਦੇ ਅੰਦਰ ਪੈਦਾ ਹੋ ਗਏ ਸਨ। ਚੱਲਿਓ ਸੋ ਪੌਰ ਠੌਰ ਕੋ ਜਥਾ ਮ੍ਰਿਗਿੰਦ ਭੈ ਬਿਨਾ। ਜਿਵੇਂ ਕਹਿੰਦੇ ਕਿਹੜੀ ਸ਼ਹਿਰ ਇਹ ਵੀ ਬਿਨਾਂ ਡਰ ਤੋਂ ਜੰਗਲਾਂ
ਬੀਆਵਾਨਾਂ ਦੇ ਵਿੱਚ ਵਿਚਰਿਆ ਕਰਦਾ ਹੈ। ਪ੍ਰਬੀਰ ਸੰਗ ਪੰਚ ਭੇਰ ਜਾਏ ਮਾਨ ਕੈ ਮਨਾ। ਦਸ਼ਮੇਸ਼ ਪਿਤਾ ਦੀ ਰਜ਼ਾ ਨੂੰ ਮੰਨਦਿਆਂ ਹੋਇਆਂ ਪੰਜ ਜਿਹੜੇ ਹੋਰ ਯੋਧੇ ਸੂਰਮੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਬਾਹਰ ਜਾਣ ਦੇ ਲਈ ਤਿਆਰ ਹੋ ਗਏ ਸੀ। ਸਵਈਆ ਆਲਮ ਸਿੰਘ ਧਰੇ ਸਭ ਆਯੁਧ। ਭਾਈ ਆਲਮ ਸਿੰਘ ਇਹਨਾਂ ਨੇ ਵੀ ਆਪਣੇ ਜਿਸਮ ਦੇ ਉੱਪਰ ਬੜੇ ਤਿੱਖੇ ਤਿੱਖੇ ਚਮਕਦੇ ਹੋਏ ਸਾਦਰ ਸਜਾ ਲਏ ਹਨ। ਜਾਤ ਜਿਸੀ ਰਜਪੂਤ ਭਲੇਰੀ। ਭਾਈ ਆਲਮ ਸਿੰਘ ਜਿਹੜੇ ਰਾਜਪੂਤ ਜਾਤੀ ਦੇ ਵਿੱਚ ਪੈਦਾ ਹੋਏ ਸਨ। ਖਾਸ ਮੁਸਾਹਿਬ ਦਾਸ ਗੁਰੂ ਕੋ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਇੱਕ ਖਾਸ ਪ੍ਰਬੰਧਕ ਹੋਇਆ ਕਰਦਾ ਸੀ। ਪਾਸ ਰਹਿ ਨਿਤ ਸ਼੍ਰੀ ਮੁਖ ਹੇਰੀ। ਇਹ ਹਰ ਭਗਤ ਸਤਿਗੁਰੂ ਜੀ ਦਾ ਜਿਹੜਾ ਨੂਰਾਨੀ ਚਿਹਰਾ ਉਹਦੇ ਦਰਸ਼ਨ ਕਰਦੇ ਰਹਿੰਦੇ ਸਨ। ਬੋਲਨ ਕੇਰ ਬਿਲਾਸ ਕਰੈ। ਕਈ ਦਫਾ ਦਸ਼ਮੇਸ਼ ਪਿਤਾ ਇਹਨਾਂ ਦੇ ਨਾਲ ਬੜੇ ਹਾਸ ਬਿਲਾਸ ਦੇ ਬਚਨ ਵੀ ਕਰਨ ਲੱਗ ਜਾਂਦੇ ਸਨ। ਭਾਈ ਆਲਮ ਸਿੰਘ ਇਹਨਾਂ ਦੇ ਉੱਪਰ ਤਾਂ ਪਹਿਲਾਂ ਤੋਂ ਹੀ ਮਹਾਰਾਜ ਦੀ ਬੜੀ ਕਿਰਪਾ ਰਹਿਮਤ ਹੋ ਚੁੱਕੀ ਸੀ ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਵੀ ਆਪਣੇ ਵੱਲੋਂ ਬਖਸ਼ੀਆਂ ਹੋਈਆਂ ਸੀ। ਜਦੋਂ ਵੀ ਕਿਤੇ ਸਤਿਗੁਰੂ ਜੀ ਬੈਠੇ ਹੁੰਦੇ ਉਸ ਵਕਤ ਭਾਈ ਆਲਮ ਸਿੰਘ ਦੇ ਨਾਲ ਕਈ ਦਫਾ ਜਦੋਂ ਕਿਤੇ ਮੌਜ ਹੁੰਦੀ ਹੈ ਹਾਸਰਾ ਦੇ ਬਚਨ ਵੀ ਕਰਨ ਲੱਗ ਜਾਂਦੇ ਸਨ। ਜਿਹ ਸੰਗ ਸਦਾ ਕਰੁਣਾ ਬਹੁ ਤੇਰੀ। ਸਤਿਗੁਰੂ ਜੀ ਭਾਈ ਆਲਮ ਸਿੰਘ ਦੇ ਉੱਪਰ ਹਰ ਵਕਤ ਆਪਣੀ ਰਹਿਮਤ ਕਿਰਪਾ ਕਰਦੇ ਹੀ ਰਹਿੰਦੇ ਸਨ। ਆਇਸ ਲੈ ਹਿਤ ਸੰਗਰ ਕੇ ਮਨ। ਭਾਈ ਆਲਮ ਸਿੰਘ ਇਹ ਵੀ ਮਹਾਰਾਜ ਦੀ ਆਗਿਆ ਲੈ ਕੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਬਾਹਰ ਜਾਣਾ ਚਾਹੁੰਦੇ ਹਨ। ਹੋਏ ਆਨੰਦ ਚੱਲਿਓ ਤਿਸ ਬੇਰੀ। ਇਹਨਾਂ ਦੇ ਮਨ ਦੇ ਵਿੱਚ ਵੀ ਬੜਾ ਆਨੰਦ ਪੈਦਾ ਹੋ ਗਿਆ। ਗੁਰ ਨੰਦਨ ਸੰਗ ਆਨੰਦਤ ਅੰਗ। ਸੋਚਿਆ ਵੀ ਮੈਂ ਵੀ ਦਸ਼ਮੇਸ਼ ਪਿਤਾ ਦੇ ਲਾਲ ਦੇ ਨਾਲ ਜਾ ਕੇ ਬਹੁਤ ਵੱਡੀ ਮਹਾਨ ਸ਼ਹੀਦੀ ਪ੍ਰਾਪਤ ਕਰਨੀ ਹੈ। ਜਵਾਹਰ ਸਿੰਘ ਚੱਲਿਓ ਭੱਟ ਭਾਰੀ। ਇਸੇ ਤਰ੍ਹਾਂ ਭਾਈ ਜਵਾਹਰ ਸਿੰਘ ਬਹੁਤ ਵੱਡੇ ਯੋਧੇ ਸੂਰਮੇ ਬਹਾਦਰ ਹਨ। ਜਿਮ ਆਵਤ ਬ੍ਰਿੰਦ ਮਲੇਛ ਚੱਲੇ। ਆ ਜਿਵੇਂ ਨਾ ਮਲੇਸ਼ ਪਾਪੀ ਦੁਸ਼ਟ ਸਾਹਮਣੇ ਤੋਂ ਚੜੇ ਆਉਂਦੇ ਸਨ। ਤਿੰਨ ਸੰਮੁਖ ਰੋਕ ਬਿਲੋਕ ਅਗਾਰੀ। ਹੁਣ ਇਹਨਾਂ ਨੂੰ ਅੱਗੇ ਹੋ ਕਰਕੇ ਭਾਈ ਜਵਾਹਰ ਸਿੰਘ ਜੀ ਦੂਰੋਂ ਹੀ ਰੋਕਣਾ ਚਾਹੁੰਦੇ ਹਨ। ਸਰ ਤੋਮਰ ਛੋਰਤ ਫੰਗਨ ਤੂਰਨ। ਇਹ ਵੀ ਬਾਜਾ ਨੇਜੇ ਔਰ ਵਰਸ਼ੇ ਬੜੀ ਤੇਜ਼ੀ ਦੇ ਨਾਲ ਚਲਾਇਆ ਕਰਦੇ ਸਨ। ਗੇਰ ਦੜਾ ਦੜ ਭੂਮ ਮਝਾਰੀ। ਭਾਈ ਜਵਾਹਰ ਸਿੰਘ ਜਿਹਦੇ ਵੱਲ ਵੀ ਚਲਾਉਂਦਾ ਵਰਸ਼ਾ ਦੌੜ ਦੌੜ ਉਹਨਾਂ ਨੂੰ ਫਿਰ ਧਰਤੀ ਦੇ ਉੱਪਰ ਡੇਗੇ ਜਾਂਦੇ ਸਨ। ਇਸੇ ਤਰ੍ਹਾਂ ਗੁਰੂ ਕੇ ਜਿਹੜੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਉਹਨਾਂ ਦੇ ਪਰਥਾਏ ਵੀ ਇਹ ਵਾਰਤਾ ਇਤਿਹਾਸ ਦੇ ਵਿੱਚ ਬੜੀ ਪ੍ਰਸਿੱਧ ਹੈ। ਔਰ ਸਤਿਗੁਰੂ ਜੀ ਦੇ ਵੱਡੇ ਲਾਲ ਇਹ ਵੀ ਤੀਰ ਹੈ ਤਲਵਾਰ ਔਰ ਨੇਜੇ ਦੀ ਜਿਹੜੀ ਵਿਦਿਆ ਹੈ ਇਸ ਦੇ ਬਹੁਤ ਵੱਡੇ ਧਨੀ ਮੰਨੇ ਗਏ ਹਨ। ਜਦੋਂ ਵੀ ਇਹਨਾਂ ਨੇ ਤੀਰ ਤਲਵਾਰ ਜਾਂ ਨੇਜਾ ਚਲਾਉਣਾ ਕਿਸੇ ਨੂੰ ਵੀ ਫਿਰ ਆਪਣੇ ਨੇੜੇ ਨਹੀਂ ਸੀ ਢੁਕਣ ਦਿੰਦੇ। ਬਾਬਾ ਅਜੀਤ ਸਿੰਘ ਜੀ ਹੈ ਤੀਰ ਤਲਵਾਰ ਔਰ ਨੇਜੇਬਾਜੀ ਦੀ ਵਿਦਿਆ ਦੇ ਬਹੁਤ ਵੱਡੇ ਧਨੀ ਸਨ। ਮੁਖ ਬੋਲਤ ਸ੍ਰੀ ਗੁਰਦੇਵ ਫਤਿਹ ਕਹੋ। ਉਸ ਬਾਤ ਭਾਈ ਜਵਾਹਰ ਸਿੰਘ ਜੀ ਨੇ ਵੀ ਗੱਜ ਕਰਕੇ ਜੈਕਾਰਾ ਛੱਡਿਆ ਸੀ। ਤਰਾਸ ਮਹੀਨ ਲਏ ਅਰ ਮਾਰੀ। ਤਰਾਸ ਬੇਨ ਬਿਨਾ ਡਰ ਤੋਂ ਪਤਾ ਨਹੀਂ ਕਿਤਨਿਆਂ ਦਾ ਨਾਸ ਕਰਨਾ ਹੈ। ਦੋਹਰਾ ਧਿਆਨ ਸਿੰਘ ਉਰ ਧਿਆਨ ਗੁਰ ਬਰਿਓ ਅਰਨ ਮਹਿ ਦੌਰ। ਇਸੇ ਤਰ੍ਹਾਂ ਭਾਈ ਧਿਆਨ ਸਿੰਘ ਜਿਹੜੇ
ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ ਵਸਾਉਣ ਵਾਲੇ ਇਹ ਵੀ ਜਦੋਂ ਫਿਰ ਤੁਰਕਾ ਮੁਗਲਾਂ ਦੇ ਵਿੱਚ ਧੱਸ ਗਏ ਹਨ। ਠੌਰ ਠੌਰ ਹਲਚਲ ਪਰੀ ਗੁਰ ਸੁਤ ਤੇ ਵੱਡ ਰੌਰ। ਜਦੋਂ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਤਿਆਰ ਹੋਏ, ਚਾਰੇ ਪਾਸੇ ਇਹਨਾਂ ਦੇ ਵਿੱਚ ਬੜੀ ਹਲ ਚਲੀ ਮਚ ਗਈ ਸੀ। ਸੁੱਖਾ ਸਿੰਘ ਤੁਫੰਗ ਲੈ ਨਹਿ ਬਰੂਦ ਗੁਲਕਾ ਨਾ। ਇਸੇ ਤਰ੍ਹਾਂ ਭਾਈ ਸੋਖਾ ਸਿੰਘ, ਇਹਨੇ ਆਪਣੇ ਹੱਥ ਦੇ ਵਿੱਚ ਬੰਦੂਕ ਫੜੀ ਹੋਈ ਹੈ, ਨਾ ਫਿਰ ਗੋਲੀ ਨਾ ਬਰੋਦ। ਉਸੇ ਤਰ੍ਹਾਂ ਜਿਵੇਂ ਜਿਵੇਂ ਘੋੜੇ ਨੂੰ ਦਬਾਉਂਦੇ ਸਨ। ਤੋੜਾ ਮੋੜ ਕਲਾ ਜੜਿਓ ਦਸਤ ਰਵਾਂ ਕਰਪਾਨ। ਇਹ ਵੀ ਨਿਸ਼ਾਨਾ ਲੈ ਕਰਕੇ ਤੁਰਕਾ ਮੁਗਲਾ ਪਠਾਨਾਂ ਦਾ ਨਾਸ ਕਰੀ ਜਾਂਦੇ ਹਨ। ਤੱਕ ਦੁਸ਼ਮਨ ਕੇ ਗਾਤ ਕੋ ਤੂਰਨ ਕਲਾ ਝੁਕਾਏ। ਇੱਕ ਵਾਰੀ ਮਲੇਸ਼ ਪਾਪੀਆਂ ਦੇ ਸਾਹਮਣੇ ਆਉਣ ਦੀ ਦੇਰ ਹੈ, ਉਸੇ ਬਾਤ ਬਸ ਤਾੜ ਦੇ ਕਰਕੇ ਘੋੜੇ ਨੂੰ ਦਬਾ ਦਿੰਦੇ ਹਨ। ਡੰਬੈ ਪਲੀਤਾ ਧੁਖਤ ਹੈ ਮਾਰਤ ਦੇਰ ਨਾ ਲਾਏ। ਬਿਨਾਂ ਵਿਰੋਧ ਪਾਏ ਤੋਂ ਪਲੀਤੇ ਆਪਣੇ ਆਪ ਹੀ ਡੰਬੀ ਜਾ ਰਹੇ ਹਨ। ਵੀਰ ਸਿੰਘ ਬਰ ਵੀਰ ਵੱਡ ਕਰ ਬਹਾਦਰੀ ਭੂਰ। ਇਸੇ ਤਰ੍ਹਾਂ ਭਾਈ ਵੀਰ ਸਿੰਘ, ਇਹ ਵੀ ਬਹੁਤ ਵੱਡੀ ਬਹਾਦਰੀ ਸੌਰਵ ਗਤੀ ਕਰਨ ਵਾਲੇ ਹਨ। ਇਤ ਉਤਹਨੈ ਮਲੇਛ ਗਨ ਸੂਰ ਗੁਰੂਰਨ ਦੂਰ। ਇਹਨਾਂ ਨੇ ਵੀ ਵੱਡੇ ਵੱਡੇ ਜਵਾਨਾਂ ਸਿਪਾਹੀਆਂ ਦੇ ਮਨ ਦਾ ਜਿਹੜਾ ਹੰਕਾਰ ਚਿੱਤ ਦੇ ਵਿੱਚੋਂ ਦੂਰ ਕਰ ਦਿੱਤਾ ਸੀ। ਛਪਿਆ ਛੰਦ ਗੁਰ ਸੁਤੁਰ ਮਹਿ ਕੁਪਤ। ਉਸ ਸਮੇਂ ਬਾਬਾ ਜੀ ਸਿੰਘ ਜੀ ਦੇ ਮਨ ਦੇ ਅੰਦਰ ਬੜਾ ਬੇਰਸ ਜੋ ਭਰ ਚੁੱਕਿਆ ਸੀ। ਸ਼੍ਰੀ ਅਜੀਤ ਸਿੰਘ ਵੀਰ ਧੀਰ ਧਰ ਤੀਰ ਪ੍ਰਹਾਰੇ। ਉਸ ਸਮੇਂ 13 ਜਨੋਂ ਧਾਰਨ ਕਰਦਿਆਂ ਹੋਇਆ ਉਹਨਾਂ ਦੇ ਵੱਲ ਆਪਣੇ ਤੀਰ ਛੱਡਣ ਲੱਗ ਪਏ ਹਨ। ਕੌਤਕ ਹੋਤ ਉਦੋਤ ਆਏ ਨਭ ਦੇਵ ਨਿਹਾਰੇ। ਉਹਨੇ ਹੋ ਜਿਹਾ ਘਮਸਾਨ ਦਾ ਜੋ ਜੰਗ ਹੋ ਰਿਹਾ ਸੀ, ਇਸ ਕੌਤਕ ਨੂੰ ਤਾਂ ਆਕਾਸ਼ ਦੇ ਵਿੱਚ ਆ ਕੇ ਦੇਵਤੇ ਵੀ ਦੇਖਣ ਲੱਗ ਪਏ ਹਨ। ਹੋਏ ਪਦਾਂਤ ਅਸਵਾਰ ਤਿਨੈ ਹੱਥ ਤੂਰਨ ਡਾਰੇ। ਪਦਾਤ ਜਿਹੜੇ ਵੀ ਪੈਦਲ ਜਵਾਨ ਸਿਪਾਹੀ ਕੋਈ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਆ ਰਿਹਾ ਸੀ। ਇਮ ਪਠਾਨ ਅਰ ਮੁਗਲ ਪਰੇ ਜਨ ਪੁੰਜ ਮੁਨਾਰੇ। ਜਿਹੜੇ ਤੁਰਕ ਮੁਗਲ ਪਠਾਨ ਉਹ ਮੈਦਾਨੇ ਜੰਗ 'ਚ ਥਾਂ ਥਾਂ ਤੇ ਵੱਡੇ ਵੱਡੇ ਮੁਨਾਰਿਆਂ ਦੇ ਸਮਾਨ ਡੱਗੇ ਪਏ ਹਨ। ਰਣ ਖੇਤ ਭਇਓ ਦਾਰੁਣ ਮਹਾ ਲੋਥਨ ਪਰ ਲੋਥੈ ਗਿਰੀ। ਜਿੱਥੇ ਹੁਣ ਲੋਥਾਂ ਦੇ ਉੱਪਰ ਲੋਥਾਂ ਚੜ ਗਈਆਂ, ਉਹ ਜਗ੍ਹਾ ਤਾਂ ਹੁਣ ਆਪਣੇ ਆਪ ਹੀ ਬੜੀ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਬਹੁ ਕਾਵਨ ਤੇ ਭੱਕ ਭੱਕ ਰੁਦਰ ਹੋਏ ਸਰਤਾ ਤਬ ਚੱਲ ਪਰੀ। ਜਦ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਥਾਂ ਥਾਂ ਤੋਂ ਪੱਕ ਪੱਕ ਕਰਕੇ ਜਿਵੇਂ ਇਉਂ ਲੱਗਦਾ ਸੀ ਵੀ ਇੱਥੇ ਉਹ ਜਿਹੜੀ ਖੂਨ ਦੀ ਨਦੀ ਹੀ ਧਰਤੀ ਦੇ ਉੱਪਰ ਬਹਿਣ ਲੱਗ ਪਈ ਹੈ। ਯਾ ਖੁਦਾਏ ਵੱਡ ਅਜਬ ਵਹਿਰ ਕੇ ਮਰਤ ਹਜ਼ਾਰੇ। ਦੇ ਕਰਕੇ ਗੁਰੂ ਕੇ ਲਾਲਾਂ ਦੀ ਸਵਰਮ ਗਤੀ ਬਹਾਦਰੀ। ਉਹ ਜਿਹੜੇ ਨਾ ਤੁਰਕ ਪਠਾਨ ਬਾਰ ਕਹਿੰਦੇ ਨੇ ਜਾ ਖੁਦਾ ਵੀ ਗੁਰੂ ਜੀ ਨੇ ਪਤਾ ਨਹੀਂ ਇਹ ਜਿਹੜੇ ਸਿੱਖ ਕਿਹੜੀ ਮਿੱਟੀ ਦੇ ਨਾਲ ਪੈਦਾ ਕੀਤੇ ਹਨ, ਪਤਾ ਨਹੀਂ ਕਿਹੋ ਜੀ ਇਹਨਾਂ ਨੂੰ ਗੁਰੂ ਜੀ ਨੇ ਆਪਣੇ ਵੱਲੋਂ ਗੁੜਤੀ ਬਖਸ਼ੀ ਹੋਈ ਹੈ। ਤੇ ਥੋੜ੍ਹੇ ਜਿਹੇ ਵੀ ਆ ਕਰਕੇ ਨਾ ਬਾਹਰਲੇ ਪਾਸੇ ਸਾਡੇ ਹਜ਼ਾਰਾਂ ਹੀ ਜਵਾਨਾਂ ਸਿਪਾਹੀਆਂ ਨੂੰ ਦੇਖੋ ਕਿਵੇਂ ਖਪਾਈ ਜਾਂਦੇ ਹਨ। ਇਹਨਾਂ ਦੇ ਉੱਪਰ ਅੱਜ ਤੱਕ ਕਦੇ ਕੋਈ ਅਸੀਂ ਫਤਿਹ ਨਹੀਂ ਪ੍ਰਾਪਤ ਕੀਤੀ ਹੈ। ਗਿਰਹਿ ਦੜਾ ਦੜ ਤੁਰਕ ਅਲਪ ਸਿੰਘਨ ਕਰ ਮਾਰੇ। ਅਲਪ ਸਿੰਘ ਵੀ ਗੁਰੂ ਕੇ 5-6 ਬਾਹਰ ਆਇਆ ਕਰਦੇ ਸੀ ਤੇ ਫੌਜਾਂ ਹੁਣ ਘੁੰਮਦੀਆਂ ਨੇ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਲੱਖਾਂ ਦੀ ਗਿਣਤੀ 'ਚ। ਉਹ ਜਦੋਂ ਸਾਹਮਣੇ ਆਪਣੇ ਜਵਾਨਾਂ ਸਿਪਾਹੀਆਂ ਨੂੰ
ਮਰਦੇ ਹੋਏ ਦੇ ਅਸੀਂ ਹੈਰਾਨ ਹੋ ਜਾਂਦੇ ਹਨ ਵੀ ਥੋੜ੍ਹੇ ਜੀ ਇਹਨਾਂ ਨੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਵਾਨ ਮਾਰ ਕਰਕੇ ਰੱਖ ਦਿੱਤੇ ਹਨ। ਬੀਤੇ ਕੇਤਕ ਜਾਮ ਮਰਤ ਨਹਿ ਮਿਲਤ ਨ ਹਾਰਤ। ਦੇਖੋ ਇਹਨਾਂ ਨੂੰ ਯੁੱਧ ਕਰਦਿਆਂ ਕਿਤਨੇ ਪੈਰ ਬਤੀਤ ਹੋ ਚੁੱਕੇ ਹਨ। ਨਾ ਤਾਂ ਅਜੇ ਤੱਕ ਇਹਨਾਂ ਨੇ ਡਰਦਿਆਂ ਹੋਇਆ ਸਾਡੇ ਅੱਗੇ ਹਥਿਆਰ ਵੀ ਨਹੀਂ ਸੁੱਟੇ, ਤੇ ਨਾ ਅਜੇ ਤੱਕ ਇਹ ਫਿਰ ਕੋਈ ਮਾਰਨ ਦੇ ਵਿੱਚ ਵੀ ਨਹੀਂ ਆਉਂਦੇ ਹਨ। ਵੱਧ ਲਸ਼ਕਰ ਮੈਂ ਆਏ ਏਕ ਇੱਕ ਲਰਤ ਸੁਮਾਰਤ। ਵੀ ਇੱਕੋ ਹੀ ਜਦੋਂ ਨਾ ਇਹ ਸਾਡੀਆਂ ਫੌਜਾਂ ਦੇ ਵਿੱਚ ਅੰਦਰੋਂ ਬਾਹਰ ਨਿਕਲ ਕਰਕੇ ਆ ਜਾਂਦੇ ਹਨ। ਮਿਲ ਕਹਿਤ ਬਾਤ ਇਤਿਆਦ ਬਹੁ ਲਸ਼ਕਰ ਬਿਸਮੈ ਹੋਏ ਰਹਿਓ। ਆ ਜਿਹੜਾ ਲੱਖਾਂ ਦੀ ਗਿਣਤੀ ਦੇ ਵਿੱਚ ਲਓ ਲਸ਼ਕਰ ਚਾਰੇ ਪਾਸੇ ਘੁੰਮ ਰਿਹਾ ਸੀ ਨਾ ਕੱਚੀ ਚਮਕੌਰ ਦੀ ਗੜੀ ਦੇ, ਉਹ ਦੇ ਕਰਕੇ ਵਿਚਾਰੇ ਮਨ ਦੇ ਵਿੱਚ ਬੜਾ ਦੰਗ ਹੋਈ ਜਾਂਦੇ ਹਨ ਵੀ ਇਕੱਲੇ ਹੀ ਆ ਸਾਡੇ ਜਿਹੜੇ ਲੱਖਾਂ ਜਵਾਨ ਸਿਪਾਹੀ ਉਹਨਾਂ ਤੋਂ ਇਹ ਬਸ ਦੇ ਵਿੱਚ ਨਹੀਂ ਆਉਂਦੇ ਹਨ। ਐਮ ਫਿਰੇ ਸਿੰਘ ਗੁਰ ਸੁਤ ਸਹਿਤ। ਇਹ ਜਦੋਂ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਦੇ ਸਮੇਤ ਸਿੰਘਾਂ ਨੇ ਜਦੋਂ ਚਮਕੌਰ ਦੀ ਗੜੀ ਚੋਂ ਬਾਹਰ ਆਉਣ ਦੇ ਲਈ ਤਿਆਰੀ ਕੀਤੀ ਸੀ, ਗਾਹਾ ਗਰਭ ਗਨ ਕੋ ਦਹਿਓ। ਔਰ ਸਾਰੇ ਇਹਨਾਂ ਨੇ ਤਾਂ ਫਿਰ ਜਿਵੇਂ ਕਹਿੰਦੇ ਨੇ ਫੌਜਾਂ 'ਚ ਨਾ ਚਾਰੇ ਪਾਸੇ ਬੜਾ ਗਾਹ ਪਾ ਦਿੱਤਾ ਸੀ। ਜ਼ੇਰ ਦਸਤ ਚਿਤ ਰਿਸਿਓ ਦੇਖ ਆਪਣੀ ਲਗਤਾਈ। ਹੁਣ ਆਪਣੀ ਹੇਠੀ ਦੇ ਕਰਕੇ ਜ਼ਬਰਦਸਤ ਖਾਨ ਜਿਹੜਾ ਲਾਹੌਰ ਦਾ ਸੂਬਾ ਹੈ, ਇਹ ਵੀ ਮਨ ਦੇ ਵਿੱਚ ਬੜਾ ਖਿਜਣ ਲੱਗ ਪਿਆ ਸੀ। ਹੇਲਾ ਘਾਲਿਓ ਉਮੜ ਬੋਲ ਬਹੁ ਧੂਮ ਮਚਾਈ। ਇਹ ਹੁਣ ਆਪਣੇ ਜਵਾਨਾਂ ਸਿਪਾਹੀਆਂ ਨੂੰ ਤਾੜ ਕਰਕੇ ਅੱਗੇ ਵਧਾਉਣਾ ਚਾਹੁੰਦਾ ਹੈ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ 'ਚ ਜਾ ਕਰਕੇ ਇਹਨਾਂ ਨੂੰ ਭਾਜੜਾਂ ਪਾਉਣੀਆਂ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗਿਆ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਜੇਰ ਦਿਸਤ ਚਿਤ ਰਿਸਿਓ ਦੇਖ ਆਪਣੀ ਲਗਤਾਈ। ਹੇਲਾ ਘਾਲਿਓ ਉਮੜ ਬੋਲ ਬਹੁ ਧੂਮ ਮਚਾਈ। ਜੇਰ ਦਿਸਤ ਚਿਤ ਰਿਸਿਓ ਦੇਖ ਆਪਣੀ ਲਗਤਾਈ। ਹੇਲਾ ਘਾਲਿਓ ਉਮੜ ਬੋਲ ਬਹੁ ਧੂਮ ਮਚਾਈ। ਹੈ ਚੁੱਤ ਹੈ ਪਾਰ ਬ੍ਰਹਮਾ ਅਵਨਾਸੀ ਅਗਨਾਸ।